45 दिन हो गए हैं चन्नी साहब ਨੂੰ ਮੁੱਖ ਮੰਤਰੀ ਬਣਿਆ ਔਰ ਜਿਸ ਢੰਗ ਨਾਲ ਚੰਨੀ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਦੀ ਆਪਸ 'ਚ ਲੜਾਈ ਸ਼ੁਰੂ ਹੋ ਗਈ ਹੈ ਔਰ ਮੰਤਰੀ ਔਰ ਬਾਕੀ ਲੋਕ ਵੀ ਆਪਸ 'ਚ ਜੁੱਤਮ ਜੁੱਤੀ ਹੋ ਰਹੇ ਹੈ। ਉਹਦੇ ਤੋਂ ਇਹ ਗੱਲ ਸਾਫ਼ ਨਿਕਲ ਕੇ ਬਾਹਰ ਆ ਰਹੀ ਹੈ ਕਿ ਇਹਨਾਂ ਨੂੰ ਪੰਜਾਬ ਦੇ ਭਲੇ ਦੀ ਕੋਈ ਗੱਲ ਨਹੀਂ ਕਰਨੀ, ਨਾ ਇਹਨਾਂ ਨੂੰ ਪੰਜਾਬ ਦੇ ਭਲੇ 'ਚ ਕੋਈ ਦਿਲਚਸਪੀ ਹੈ। ਅੱਜ ਹਾਲਾਤ ਇਹ ਨੇ ਕਿ ਅਕਾਲੀ ਦਲ ਦਾ ਵੀ ਵਿਰੋਧ ਹੋ ਰਿਹਾ ਹੈ, ਕਾਂਗਰਸ ਦਾ ਵੀ ਵਿਰੋਧ ਹੋ ਰਿਹਾ ਹੈ, ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਵਿਰੋਧ ਹੋ ਰਿਹਾ ਹੈ। ਸੋ ਇਹ ਜਿਹੜੀ ਅਰਾਜਕਤਾ ਫੈਲੀ ਹੋਈ ਹੈ, ਇਹਦੇ ਵਿੱਚ ਇੱਕ ਗੱਲ ਵਿਚਾਰ ਕਰਨ ਵਾਲੀ ਹੈ ਕਿ ਇਹ ਕੁਝ ਗੁੰਡਾ ਅਨਸਰ ਨੇ ਜਿਹੜੇ ਇੱਕ ਦੂਜੇ ਦੇ ਵਿਰੁੱਧ ਚਿੱਕੜ ਸੁੱਟੀ ਜਾਂਦੇ ਨੇ। 12 ਰਾਊਂਡ ਦੀ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਨੇ ਹੀ ਆਪਣੇ ਕਦਮ ਸਕਾਰਾਤਮਕ ਢੰਗ ਨਾਲ ਅੱਗੇ ਵਧਾਏ ਨੇ ਔਰ ਜਥੇਬੰਦੀਆਂ ਦੇ ਵਿੱਚ ਕੁਝ ਲੋਕ ਐਸੇ ਨੇ ਜਿਹੜੇ ਕਿ ਕਿਸਾਨਾਂ ਦਾ ਭਲਾ ਨਹੀਂ ਚਾਹੁੰਦੇ ਹੈਗੇ। ਕੁਝ ਗੱਲ ਨਹੀਂ ਹੋਣੀ, ਕਿਸੇ ਦਾ ਮੂੰਹ ਨਹੀਂ ਕੋਈ ਫੜ ਸਕਦਾ, ਕੋਈ ਕੁਝ ਕਹੀ ਜਾਵੇ। 26 ਜਨਵਰੀ ਦੀ ਘਟਨਾ ਸਾਡੇ ਸਭ ਦੇ ਧਿਆਨ 'ਚ ਹੈ ਕਿ ਕਿਸ ਢੰਗ ਨਾਲ ਉੱਥੇ ਦੇਸ਼ ਨੂੰ ਪੂਰੀ ਦੁਨੀਆ ਦੇ ਅੰਦਰ ਮਜ਼ਾਕ ਬਣਾਇਆ ਗਿਆ। ਇਹ ਵੀ ਸਾਹਮਣੇ ਆਉਂਦੀ ਗੱਲ ਕਿ ਇਹਦੇ ਨਾਲ ਕੌਣ ਲਿੰਕਡ ਨੇ, ਕੌਣ ਇਸ ਸਾਡੇ ਦੇਸ਼ ਦੇ ਵਿੱਚ ਐਸੇ ਗੱਦਾਰ ਬੈਠੇ ਨੇ ਜਿਹਦੇ ਪ੍ਰਤੀ ਸਾਡੀ ਐਡੀ ਸ਼ਰਧਾ ਹੈ ਗੁਰੂ ਸਾਹਿਬ ਦੇ ਪ੍ਰਤੀ, ਉਹ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਚਾਹੁੰਦੇ ਆ। ਮੈਂ ਬੜੀ ਸਪਸ਼ਟ ਗੱਲ ਤੁਹਾਨੂੰ ਕਹਿ ਰਿਹਾ। ਉਸ ਅੰਦੋਲਨ ਦੇ ਅੰਦਰ ਮੀਡੀਆ ਵੀ ਜਿਹੜਾ ਉਹਨਾਂ ਦੇ ਅਨੁਰੂਪ ਮੀਡੀਆ, ਜਿਹੜਾ ਉਹਨਾਂ ਦੀ ਗੱਲ ਕਰਨ ਵਾਲਾ ਮੀਡੀਆ, ਉਹਨੂੰ ਹੀ ਵੜਨ ਦਿੰਦੇ ਆ। ਜਿਹੜਾ ਉਹ ਸੱਚੀ ਗੱਲ ਪੇਸ਼ ਕਰਨਾ ਚਾਹੁੰਦਾ ਉਹਨੂੰ ਕੁੱਟਦੇ ਨੇ ਫੜ ਕੇ। ਤੇ ਪਿਛਲੇ ਦਿਨਾਂ ਦੇ ਅੰਦਰ ਜਿਸ ਢੰਗ ਨਾਲ ਬੇਅਦਬੀ ਨੂੰ ਬੇਸ ਬਣਾ ਕੇ ਇੱਕ ਹੱਤਿਆ ਹੋ ਗਈ ਹੈ ਉੱਥੇ, ਇਹ ਸਾਰੀਆਂ ਚੀਜ਼ਾਂ ਧਿਆਨ 'ਚ ਕਰਨ ਵਾਲੀਆਂ ਹੈਗੀਆਂ। 100% ਉੱਥੇ ਇਸ ਤਰ੍ਹਾਂ ਦੇ ਐਲੀਮੈਂਟ ਸ਼ਾਮਲ ਹੋਏ ਨੇ ਜਿਹੜੇ ਕਿ ਇਸ ਅੰਦੋਲਨ ਨੂੰ ਕਿਸੇ ਹੋਰ ਪਾਸੇ ਵੱਲ ਨੂੰ ਲੈ ਕੇ ਜਾ ਰਹੇ ਨੇ। ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਭਾਜਪਾ ਤੇ ਕੇਂਦਰੀ ਲੀਡਰਸ਼ਿਪ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਦੇ ਵਿੱਚ ਕੀ ਖਾਸ ਰਹੇਗਾ? ਸਾਡੇ ਨਾਲ ਜੀਵਨ ਗੁਪਤਾ ਨੇ। ਗੁਪਤਾ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਅੱਜ ਜਿਹੜੀ ਕੇਂਦਰੀ ਲੀਡਰਸ਼ਿਪ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ, ਕੀ ਖਾਸ ਰਹੇਗਾ ਇਹਦੇ ਵਿੱਚ? ਦੇਖੋ, ਇਸ ਤਰ੍ਹਾਂ ਹੈ ਕਿ ਸਾਡੀ ਪਾਰਟੀ ਦਾ ਇੱਕ ਸੰਵਿਧਾਨਿਕ ਸਿਸਟਮ ਹੈ ਕਿ ਹਰ 3 ਮਹੀਨੇ ਬਾਅਦ ਸਾਡੇ ਕੇਂਦਰ ਦੀ ਕੌਮੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਹੋਣੀ ਹੁੰਦੀ ਹੈ। ਉਹ ਤੋਂ ਬਾਅਦ ਫਿਰ ਪ੍ਰਦੇਸ਼ ਦੀ ਹੁੰਦੀ ਹੈ, ਫਿਰ ਜ਼ਿਲ੍ਹਿਆਂ ਦੀ ਹੁੰਦੀ ਹੈ, ਫਿਰ ਮੰਡਲਾਂ ਦੀ ਹੁੰਦੀ ਹੈ। ਸੋ ਉਸੇ ਪ੍ਰਕਿਰਿਆ ਦੇ ਤਹਿਤ ਸਾਡੀ ਕੌਮੀ ਕਾਰਜਕਾਰਨੀ ਦੀ ਬੈਠਕ ਜਿਹੜੀ ਹੈ ਉਹ ਅੱਜ ਹੋ ਰਹੀ ਹੈ, ਜਿਹਦੇ ਵਿੱਚ ਸਾਡੇ ਕੌਮੀ ਪ੍ਰਧਾਨ ਮਾਨਯੋਗ ਸ਼੍ਰੀ JP ਨੱਡਾ ਜੀ ਬੈਠਕ ਦੀ ਅਧਿਕਸ਼ਤਾ ਕਰ ਰਹੇ ਨੇ ਔਰ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਵੀ ਇਸ ਬੈਠਕ ਦਾ ਹਿੱਸਾ ਨੇ ਔਰ ਪੂਰੀ ਦੀ ਪੂਰੀ ਕੈਬਨਿਟ ਜਿਹੜੀ ਹੈ ਉਹ ਸਾਰੀ ਇਸ ਬੈਠਕ ਦਾ ਹਿੱਸਾ ਹੈ। ਔਰ ਇਹਦੇ ਨਾਲ ਨਾਲ ਸਾਡੇ ਕੌਮੀ ਜਿਹੜੇ ਆਫਿਸ ਬੇਅਰਰ ਨੇ ਉਹ ਵੀ ਇਸ ਬੈਠਕ ਦਾ ਹਿੱਸਾ ਨੇ ਔਰ ਸੂਬਿਆਂ ਦੇ ਅੰਦਰ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ, ਉਹਨਾਂ ਦੇ ਨਾਲ ਸੰਗਠਨ ਮੰਤਰੀ ਦਿਨੇਸ਼ ਜੀ, ਉਹ ਵੀ ਇਸ ਬੈਠਕ ਦੇ ਚੰਡੀਗੜ੍ਹ ਹੈੱਡ ਆਫਿਸ ਤੋਂ ਜੁੜੇ ਹੋਏ ਨੇ। ਇਸੇ ਤਰ੍ਹਾਂ ਸਾਡੇ ਸੂਬੇ 'ਚੋਂ ਕਾਰਜਕਾਰਨੀ ਮੈਂਬਰ ਨੇ ਸ਼੍ਰੀਮਾਨ ਅਵਿਨਾਸ਼ ਰਾਏ ਖੰਨਾ ਜੀ, ਉਹ ਵੀ ਇਸ ਬੈਠਕ ਦੇ ਵਿੱਚ ਜੁੜੇ ਹੋਏ ਨੇ ਔਰ ਹਰਜੀਤ ਸਿੰਘ ਗਰੇਵਾਲ ਜੀ, ਉਹ ਵੀ ਇਸ ਬੈਠਕ ਦੇ ਵਿੱਚ ਜੁੜੇ ਹੋਏ ਨੇ ਚੰਡੀਗੜ੍ਹ ਆਫਿਸ ਤੋਂ ਹੀ। ਸੋ ਔਨਲਾਈਨ, ਕਿਉਂਕਿ ਕੋਵਿਡ ਦੇ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਪਾਰਟੀ ਦੇ ਜਿਹੜੇ ਸਟੇਟ ਹੈੱਡਕੁਆਟਰ ਨੇ ਉਹਨਾਂ ਤੋਂ ਸਟੇਟ ਦੀ ਲੀਡਰਸ਼ਿਪ ਜੁੜੀ ਹੋਈ ਹੈ ਔਰ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ, ਸਾਡੇ ਆਫਿਸ ਬੇਅਰਰ ਨੇ ਕੇਂਦਰ ਦੇ ਔਰ ਇਹਦੇ ਨਾਲ ਨਾਲ ਮੰਤਰੀਗਣ ਨੇ ਜਿਹੜੇ ਕੇਂਦਰ ਸਰਕਾਰ ਦੇ ਔਰ ਕਾਰਜਕਾਰਨੀ ਦਾ ਹਿੱਸਾ ਨੇ, ਉਹ ਦਿੱਲੀ ਤੋਂ ਜੁੜੇ ਹੋਏ ਨੇ। ਸੋ ਉਹਦੇ 'ਤੇ ਪਿਛਲੇ 3 ਮਹੀਨੇ ਦੇ ਵਿੱਚ, ਪਿਛਲੇ 3 ਮਹੀਨੇ ਪਹਿਲਾਂ ਜੋ ਅਸੀਂ ਚੀਜ਼ਾਂ ਤੈਅ ਕੀਤੀਆਂ ਸੀ, ਉਹਦੇ 'ਤੇ ਅਸੀਂ ਕੀ ਵਰਕ ਕੀਤਾ ਹੈ ਔਰ ਆਉਣ ਵਾਲੇ 3 ਮਹੀਨੇ 'ਚ ਕੀ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਇਸ ਬੈਠਕ ਦਾ ਹਿੱਸਾ ਹੁੰਦੀਆਂ ਨੇ। ਔਰ ਸਰਕਾਰੀ ਤੌਰ 'ਤੇ ਸਰਕਾਰ ਔਰ ਸੰਗਠਨ ਦਾ ਤਾਲਮੇਲ ਆਪਸ 'ਚ ਬਣਿਆ ਰਹੇ, ਉਹਦੇ ਵੀ ਵਿਚਾਰ ਵਟਾਂਦਰਾ ਹੁੰਦੀ ਹੈ। ਔਰ ਲਾਸਟ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੀ, ਉਹਨਾਂ ਦਾ ਸਾਨੂੰ ਮਾਰਗਦਰਸ਼ਨ, ਉਹਨਾਂ ਦਾ ਨੇਤਰਤਵ ਪੂਰੀ ਪਾਰਟੀ ਨੂੰ ਮਿਲਣਾ ਹੈ, ਉਹਦੇ ਤੋਂ ਸੇਧ ਲੈ ਕੇ ਸਭ ਨੇ ਕੰਮ ਕਰਨਾ ਹੈਗਾ। ਗੱਲ ਕਰੀਏ ਤਾਂ ਪਿਛਲੇ ਦਿਨੀ ਨਵਾਂ ਪੰਜਾਬ ਭਾਜਪਾ ਦੇ ਨਾਲ ਲਾਂਚ ਕੀਤਾ ਗਿਆ ਹੈਗਾ। ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਰਹੇ ਨੇ ਔਰ ਭਾਜਪਾ ਨਾਲ ਗੱਠਜੋੜ ਕਰਨ ਦੀ ਗੱਲ ਕਰ ਰਹੇ ਨੇ। ਇਕੱਲੇ ਚੋਣ ਲੜੋਗੇ ਜਾਂ ਕੈਪਟਨ ਸਾਹਿਬ ਦੇ ਨਾਲ? ਦੇਖੋ, ਇਸ ਤਰ੍ਹਾਂ ਹੈ ਕਿ ਭਾਜਪਾ ਆਪਣੀਆਂ 117 ਦੀਆਂ 117 ਵਿਧਾਨ ਸਭਾ 'ਤੇ ਤਿਆਰੀ ਕਰ ਰਹੀ ਹੈਗੀ ਹੈ ਔਰ ਭਾਜਪਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਨਵਾਂ ਪੰਜਾਬ ਬਣਾਉਣ ਦੀ ਗੱਲ ਕਰ ਰਹੀ ਹੈ। ਐਸਾ ਪੰਜਾਬ ਜਿਹੜਾ ਭ੍ਰਸ਼ਟਾਚਾਰ ਮੁਕਤ ਪੰਜਾਬ ਹੋਵੇ, ਐਸਾ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇ, ਐਸਾ ਪੰਜਾਬ ਜਿਹੜਾ ਮਾਫੀਆ ਮੁਕਤ ਪੰਜਾਬ ਹੋਵੇ, ਐਸਾ ਪੰਜਾਬ ਜਿਹਦੇ ਵਿੱਚ ਲਾਅ ਐਂਡ ਆਰਡਰ ਸੁਧਰਿਆ ਹੋਇਆ ਹੋਵੇ, ਐਸਾ ਪੰਜਾਬ ਜਿਹਦੇ ਵਿੱਚ ਹਰ ਬੰਦਾ ਆਪਣੇ ਹੱਕਾਂ ਦੀ ਗੱਲ ਕਰ ਸਕਦਾ ਹੋਵੇ। ਅੱਜ ਜਿਸ ਢੰਗ ਨਾਲ ਪਿਛੜੇ ਵਰਗ 'ਤੇ ਤਸ਼ੱਦਦ ਹੋਇਆ ਹੈ, ਅੱਜ ਪਿਛੜੇ ਵਰਗ ਨੂੰ ਜਿਸ ਤਰ੍ਹਾਂ ਦੇ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਔਰ ਇਹਦੇ ਨਾਲ ਨਾਲ ਕਿਸਾਨੀ, ਵਪਾਰ, ਉਦਯੋਗ, ਇਹ ਸਾਰੇ ਪਿਛੜ ਚੁੱਕੇ ਹੈ। ਨਵਾਂ ਪੰਜਾਬ ਜਿਹੜਾ ਅਸੀਂ ਬਣਾਉਣ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜਿਹੜਾ ਵੀ ਕੋਈ
ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਗੱਲ ਕਰੇਗਾ, ਉਹ ਮੰਤਰਿਤ ਹੈ। ਜਿੱਥੇ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੈ, ਉਹ ਨਵੀਂ ਪਾਰਟੀ ਦਾ ਉਹਨਾਂ ਨੇ ਐਲਾਨ ਕੀਤਾ ਹੈਗਾ ਹੁਣ ਪਿਛਲੇ ਦਿਨਾਂ ਦੇ ਅੰਦਰ। ਉਹ ਪਾਰਟੀ ਉਹਨਾਂ ਦਾ ਗਠਨ ਹੋਣਾ ਹੈ, ਔਰ ਉਹ ਕਿਸ ਤਰ੍ਹਾਂ ਦੀ ਦਿਸ਼ਾ ਅਪਣਾਉਂਦੇ ਨੇ ਇਹ ਸਮਾਂ ਦੱਸੇਗਾ। ਔਰ ਇਹਦੇ ਨਾਲ ਨਾਲ ਇਹ ਅਧਿਕਾਰ ਖੇਤਰ ਸਾਡੀ ਕੇਂਦਰ ਦੀ ਲੀਡਰਸ਼ਿਪ ਦਾ ਹੈਗਾ, ਔਰ ਕੇਂਦਰ ਦੀ ਲੀਡਰਸ਼ਿਪ ਤੈਅ ਕਰੇਗੀ ਕਿ ਅਸੀਂ 2022 ਦੀਆਂ ਚੋਣਾਂ ਕਿਹਦੇ ਨਾਲ ਰਲ ਕੇ ਲੜਨੀਆਂ ਜਾਂ ਇਕੱਲਿਆਂ ਲੜਨੀਆਂ, ਇਹ ਕੇਂਦਰ ਦੀ ਲੀਡਰਸ਼ਿਪ ਤੈਅ ਕਰੇਗੀ। ਸੋ ਇਹ ਆਉਣ ਵਾਲਾ ਸਮਾਂ ਦੱਸੇਗਾ। ਅਫਵਾਹਾਂ ਇਹ ਵੀ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੋਂ ਭਾਜਪਾ ਹੀ ਸਪੋਰਟ ਕਰ ਰਹੀ ਆ। ਨਹੀਂ, ਇਸ ਤਰ੍ਹਾਂ ਅਫਵਾਹਾਂ ਦਾ ਤਾਂ ਕੋਈ ਕਿਸੇ ਤਰ੍ਹਾਂ ਦਾ ਅਸੀਂ ਅਫਵਾਹਾਂ ਨਾਲ ਇਤਫਾਕ ਨਹੀਂ ਰੱਖਦੇ, ਕਿਉਂਕਿ ਇਹ ਅਫਵਾਹਾਂ ਕੇਵਲ ਕਾਂਗਰਸ ਦੀ ਦੇਣ ਹੁੰਦੀ ਹੈ। ਕਾਂਗਰਸ ਨੇ 9.5 ਸਾਲ ਜਿਸ ਨੇਤਾ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਜ਼ਿੰਮੇਵਾਰੀ ਸੌਂਪੀ ਰੱਖੀ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਕਿ ਜਿਹਦੇ 'ਤੇ ਐਡਾ ਵੱਡਾ ਵਿਸ਼ਵਾਸ ਕੀਤਾ ਹੋਵੇ, ਤੁਸੀਂ ਉਹਨੂੰ ਇੱਕਦਮ 4 ਮਹੀਨੇ 6 ਮਹੀਨੇ 5 ਮਹੀਨੇ ਪਹਿਲਾਂ ਉਹਦੇ 'ਤੇ ਸਾਰਾ ਕੁਝ ਉਹਦੇ 'ਤੇ ਪਾ ਕੇ ਅਤੇ ਉਹ ਨਵਾਂ ਬੰਦਾ ਲਿਆ ਕੇ ਤੁਸੀਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋ। ਇਹ ਪੂਰੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਹੈ। ਸੋ ਉਸ ਪੂਰੀ ਸਰਕਾਰ 'ਚ ਇਹਨਾਂ ਦੇ ਸਾਰੇ MLA ਵੀ ਸ਼ਾਮਲ ਨੇ, ਇਹਨਾਂ ਦੀ ਲੀਡਰਸ਼ਿਪ ਵੀ ਸ਼ਾਮਲ ਹੈ। ਸੋ ਅੱਜ ਜਿਸ ਤਰ੍ਹਾਂ 45 ਦਿਨ ਹੋ ਗਏ ਹੈ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਿਆ, ਔਰ ਜਿਸ ਢੰਗ ਨਾਲ ਚੰਨੀ ਸਾਹਿਬ ਅਤੇ ਨਵਜੋਤ ਸਿੰਘ ਸਿੱਧੂ ਦੀ ਆਪਸ 'ਚ ਹੁਣ ਲੜਾਈ ਸ਼ੁਰੂ ਹੋ ਗਈ ਹੈ, ਔਰ ਮੰਤਰੀ ਔਰ ਬਾਕੀ ਲੋਕ ਵੀ ਆਪਸ 'ਚ ਜੁੱਤਮ ਜੁੱਤੀ ਹੋ ਰਹੇ ਹੈ, ਉਹਦੇ ਤੋਂ ਇਹ ਗੱਲ ਸਾਫ਼ ਨਿਕਲ ਕੇ ਬਾਹਰ ਆ ਰਹੀ ਹੈ ਕਿ ਇਹਨਾਂ ਨੂੰ ਪੰਜਾਬ ਦੇ ਭਲੇ ਦੀ ਕੋਈ ਗੱਲ ਨਹੀਂ ਕਰਨੀ, ਨਾ ਇਹਨਾਂ ਨੂੰ ਪੰਜਾਬ ਦੇ ਭਲੇ 'ਚ ਕੋਈ ਦਿਲਚਸਪੀ ਹੈ। ਇਹ ਕੇਵਲ ਆਪਣੀ ਕੁਰਸੀ ਕਰਕੇ ਹੀ ਕੰਮ ਕਰ ਰਹੇ ਨੇ। ਕੁਰਸੀ ਦੇ ਭੁੱਖ ਹੈ, ਕੁਰਸੀ ਦੀ ਭੁੱਖ ਕਰਕੇ ਹੀ ਸਾਰੀ ਲੜਾਈ ਹੈ। ਸੋ ਉਹਦੇ 'ਤੇ ਇਹਨਾਂ ਨੂੰ ਆਉਣਾ ਚਾਹੀਦਾ ਹੈਗਾ। ਪੰਜਾਬ BJP ਤਾਂ ਨਵੇਂ ਪਾਸੇ ਨਵੀਆਂ ਗੱਲਾਂ ਲੈ ਕੇ ਜਾਣ ਨੂੰ ਤਿਆਰ ਹੈ, ਔਰ ਉਹ ਕਰਨਾ ਚਾਹੁੰਦੀ ਹੈ। ਪੰਜਾਬ ਦੇ ਲੋਕੀ ਔਰ ਪੰਜਾਬੀ ਸਾਡੇ 'ਤੇ ਵਿਸ਼ਵਾਸ ਵੀ ਕਰਨਗੇ, ਇਸ ਗੱਲ ਨੂੰ ਸਮਝਣ ਵੀ ਲੱਗੇ ਨੇ, ਔਰ ਆਉਣ ਵਾਲੇ ਦਿਨਾਂ 'ਚ ਪਾਰਟੀ ਬੜੇ ਅੱਛੇ ਢੰਗ ਨਾਲ ਆਪਣੀ ਕੰਪੇਨ ਵੀ ਸ਼ੁਰੂ ਕਰੇਗੀ। ਤੁਸੀਂ ਆਖਿਆ ਕਿ ਪੰਜਾਬ ਔਰ ਪੰਜਾਬੀ ਤੁਹਾਡੇ 'ਤੇ ਲਗਾਤਾਰ ਵਿਸ਼ਵਾਸ ਕਰ ਰਹੇ ਨੇ, ਪਰ ਗੱਲ ਕਰੀਏ ਕਿਸਾਨੀ ਸੰਘਰਸ਼ ਚੱਲਦੇ ਹੋਏ ਲਗਾਤਾਰ ਪੰਜਾਬ ਦੇ ਵਿੱਚ ਵੱਡਾ ਵਿਰੋਧ ਵੀ ਹੋ ਰਿਹਾ। ਲੱਗਦਾ ਕਿ ਗਰਾਊਂਡ ਪੱਧਰ 'ਤੇ ਕੰਮ ਕਰ ਸਕੋਗੇ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਤੁਹਾਡਾ? ਨਹੀਂ, ਵਿਰੋਧ ਤਾਂ ਸਾਰੀਆਂ ਪਾਰਟੀਆਂ ਦਾ ਹੋ ਰਿਹਾ ਜੀ। ਵਿਰੋਧ ਤਾਂ ਦੇਖੋ BJP ਦਾ ਵਿਰੋਧ ਤਾਂ ਪਹਿਲੇ ਦਿਨ ਤੋਂ ਸਾਡੀਆਂ ਜਿਹੜੀਆਂ ਵਿਰੋਧੀ ਸਿਆਸੀ ਪਾਰਟੀਆਂ ਨੇ ਨਾ, ਉਹਨਾਂ ਨੇ ਪ੍ਰਯੋਜਿਤ ਢੰਗ ਨਾਲ ਕੀਤਾ। ਉਹਨਾਂ ਨੂੰ ਪਤਾ ਹੈ ਕਿ ਜੇ BJP ਆਪਣੀ ਗੱਲ ਪੂਰੇ ਪੰਜਾਬੀਆਂ ਤੱਕ ਪਹੁੰਚਾਉਣ 'ਚ ਕਾਮਯਾਬ ਹੋ ਗਈ, BJP ਪੰਜਾਬ ਦੇ ਪਿੰਡਾਂ ਤੱਕ ਪਹੁੰਚਣ 'ਚ ਕਾਮਯਾਬ ਹੋ ਗਈ, ਅਤੇ ਫਿਰ ਉਹਨਾਂ ਦਾ ਮੁੱਲ ਨਹੀਂ ਰਹਿਣਾ ਕੋਈ, ਕਿਉਂਕਿ ਸੱਚੇ ਬੰਦੇ ਨਾਲ ਹਰ ਬੰਦਾ ਤੁਰਦਾ ਹੈਗਾ। ਪਰ ਉਹਨਾਂ ਨੇ ਇਸ ਤੋਂ ਸ਼ੁਰੂਆਤ ਕੀਤੀ। ਹੁਣ ਸ਼ੁਰੂਆਤ ਹੁੰਦਿਆਂ ਅੱਜ ਹਾਲਾਤ ਇਹ ਨੇ ਕਿ ਅਕਾਲੀ ਦਲ ਦਾ ਵੀ ਵਿਰੋਧ ਹੋ ਰਿਹਾ, ਕਾਂਗਰਸ ਦਾ ਵੀ ਵਿਰੋਧ ਹੋ ਰਿਹਾ, ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਵਿਰੋਧ ਹੋ ਰਿਹਾ। ਸੋ ਇਹ ਜਿਹੜੀ ਅਰਾਜਕਤਾ ਫੈਲੀ ਹੋਈ ਹੈ, ਇਹਦੇ ਵਿੱਚ ਇੱਕ ਗੱਲ ਵਿਚਾਰ ਕਰਨ ਵਾਲੀ ਹੈ ਕਿ ਇਹ ਕੁਛ ਗੁੰਡਾ ਅਨਸਰ ਨੇ ਜਿਹੜੇ ਇੱਕ ਦੂਜੇ ਦੇ ਵਿਰੁੱਧ ਚਿੱਕੜ ਸੁੱਟੀ ਜਾਂਦੇ ਨੇ। ਸੋ ਉਹਦੇ ਕਰਕੇ ਸਾਰਾ ਕੁਛ ਵਾਪਰ ਰਿਹਾ ਹੈਗਾ। ਪੰਜਾਬ ਸਰਕਾਰ ਦੀ ਬੜੀ ਵੱਡੀ ਨਾਕਾਮਯਾਬੀ ਹੈ ਇਸ ਗੱਲ 'ਚ, ਉਹ ਫੇਲ ਹੈ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਦੀ ਬਜਾਏ ਉਹ ਆਪ ਵਿੱਚ ਵੀ ਸ਼ਾਮਲ ਹੈ। ਸੋ ਮੈਂ ਸਮਝਦਾ ਹਾਂ ਕਿ ਹੁਣ ਪੰਜਾਬ ਦੇ ਲੋਕ, ਖਾਸ ਕਰਕੇ ਜਿਹੜੇ ਪੰਜਾਬ ਦੇ ਭਾਈਚਾਰੇ ਨੂੰ ਮਜ਼ਬੂਤੀ ਨਾਲ ਬੰਨ੍ਹ ਕੇ ਰੱਖਣਾ ਚਾਹੁੰਦੇ ਨੇ, ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ, ਉਹ ਜਿਹੜੇ ਲੋਕ ਨੇ ਉਹ BJP ਦੇ ਨਾਲ ਖੜ੍ਹੇ ਨੇ। ਉਹਨਾਂ ਨੂੰ ਪਤਾ ਹੈ ਕਿ BJP ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਵੀ ਤੇਜ਼ੀ ਨਾਲ ਅੱਗੇ ਵਧਾਏਗੀ, ਪੰਜਾਬ ਦੇ ਭਾਈਚਾਰੇ ਨੂੰ ਵੀ ਬੰਨ੍ਹ ਕੇ ਰੱਖੇਗੀ ਪੂਰੀ ਤਰ੍ਹਾਂ, ਔਰ ਹਰ ਵਰਗ ਦਾ ਧਿਆਨ ਰੱਖੇਗੀ। ਪਿਛੜੇ ਵਰਗ ਨੂੰ ਜਿਹੜੇ ਬੜੇ ਦਿਨਾਂ ਤੋਂ ਇਨਸਾਫ ਨਹੀਂ ਮਿਲ ਰਹੇ ਉਹਨਾਂ ਦਾ ਵੀ ਧਿਆਨ ਰੱਖੇਗੀ। ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਹੱਕ ਨਹੀਂ ਮਿਲਿਆ ਉਹਦਾ ਵੀ ਧਿਆਨ ਰੱਖੇਗੀ। ਵਪਾਰੀਆਂ ਨੂੰ ਜਿਹੜੇ ਪਰੇਸ਼ਾਨ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਕਰੇਗੀ। ਉਦਯੋਗਿਕ ਘਰਾਣੇ ਜਿਹੜੇ ਕਿ ਅੱਜ ਪੰਜਾਬ ਨੂੰ ਛੱਡ ਕੇ ਦੂਜੀਆਂ ਪ੍ਰਦੇਸ਼ਾਂ ਦੇ ਵਿੱਚ ਪਲਾਇਨ ਕਰ ਰਹੇ ਨੇ, ਉਹਨਾਂ ਨੂੰ ਰੋਕ ਕੇ ਉਹਨਾਂ ਦੀ ਇੰਡਸਟਰੀ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰੇਗੀ। ਇਹ ਕੇਵਲ BJP ਕਰ ਸਕਦੀ ਹੈ। ਸੋ ਇਸ ਕਰਕੇ ਸਭ ਨੂੰ ਆਸ ਹੈ, ਔਰ ਉਹ ਲੋਕ ਸਾਡੇ ਨਾਲ ਚੱਲਣਗੇ, ਔਰ ਇਸ ਕਰਕੇ ਪੰਜਾਬ ਨੂੰ BJP ਦੀ ਜ਼ਰੂਰਤ ਸਮਝਦਿਆਂ ਹੋਇਆਂ ਉਹ BJP ਦੇ ਨਾਲ ਅਵਸ਼ ਆਉਣਗੇ, ਐਸਾ ਮੈਨੂੰ ਪੂਰਨ ਵਿਸ਼ਵਾਸ ਹੈ। ਤੁਸੀਂ ਆਖਿਆ ਕਿਸਾਨਾਂ ਦੀ ਗੱਲ ਕੀਤੀ ਹੈ, ਕਿਸਾਨਾਂ ਨੂੰ ਉਹਦੇ ਹੱਕ ਨਹੀਂ ਮਿਲ ਰਹੇ, ਔਰ ਗੱਲ ਕਰੀਏ ਤਾਂ ਦਿੱਲੀ ਦੇ ਬਾਰਡਰ ਲੱਖਾਂ ਕਿਸਾਨ ਬੈਠੇ ਨੇ ਹੱਕ ਲਈ, ਅਤੇ ਉਹਨਾਂ ਨਾਲ ਗੱਲਬਾਤ ਕੇਂਦਰ ਸਰਕਾਰ ਨਹੀਂ ਕਰ ਰਹੀ। ਕੀ ਲੱਗਦਾ ਕਿ 2022 ਤੋਂ ਪਹਿਲਾਂ ਉਹਨਾਂ ਦਾ ਹੱਲ ਹੋ ਜੂ ਕੋਈ? ਦੇਖੋ, ਐਸਾ ਹੈ ਕਿ 12 ਰਾਊਂਡ ਦੀ ਮੀਟਿੰਗ ਹੋਈ ਹੈ। 12 ਰਾਊਂਡ ਦੀ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਨੇ ਹੀ ਆਪਣੇ ਕਦਮ ਸਕਾਰਾਤਮਕ ਢੰਗ ਨਾਲ ਅੱਗੇ ਵਧਾਏ ਨੇ, ਔਰ ਜਥੇਬੰਦੀਆਂ ਦੇ ਵਿੱਚ ਕੁਝ ਲੋਕ ਐਸੇ ਨੇ ਜਿਹੜੇ ਕਿ ਕਿਸਾਨਾਂ ਦਾ ਭਲਾ ਨਹੀਂ ਚਾਹੁੰਦੇ ਹੈਗੇ, ਔਰ ਉਹ ਹਮੇਸ਼ਾ ਉਸ ਗੱਲ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ। ਸੋ ਮੈਂ ਸਮਝਦਾ ਹਾਂ ਕਿ ਅਗਰ ਕਿਸਾਨ ਜਥੇਬੰਦੀਆਂ ਦੇ ਵਿੱਚ ਕਿਸਾਨ ਭਰਾ ਇਹਨਾਂ ਗੱਲਾਂ ਨੂੰ ਮੰਨ ਲੈਣ, ਸੋਚ ਲੈਣ ਕਿ ਉਹ ਇਹਨਾਂ ਨੂੰ ਵਿੱਚੋਂ ਕੱਢ ਕੇ ਅਗਰ ਸਿੱਧੇ ਢੰਗ ਨਾਲ ਕਿਸਾਨੀ ਦੇ ਫਾਇਦੇ ਦੀ ਗੱਲ ਕਰਨਗੇ, ਤਾਂ ਮੈਂ ਸਮਝਦਾ ਜ਼ਿਆਦਾ ਫਾਇਦਾ ਹੋ ਸਕਦਾ ਹੈ।
ਔਰ ਅੱਜ ਜਿਸ ਢੰਗ ਨਾਲ ਉਹਨਾਂ ਨੇ ਮਾਹੌਲ ਕ੍ਰੀਏਟ ਕੀਤਾ ਪਿਆ ਹੈ ਔਰ ਬਾਰਡਰਾਂ 'ਤੇ ਵੀ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਰ-ਵਾਰ ਵਾਪਰ ਰਹੇ ਨੇ, ਚਾਹੇ ਉਹ 26 ਜਨਵਰੀ ਦੀ ਘਟਨਾ ਹੋਵੇ, ਚਾਹੇ ਉਹ ਇੱਕ ਗੈਂਗ ਰੇਪ ਜਿਹੜਾ ਹੈਗਾ ਸਿੱਗੂ ਬਾਰਡਰ 'ਤੇ ਹੋਇਆ ਉਹਦੀ ਗੱਲ ਹੋਵੇ, ਪਿਛਲੇ ਦਿਨਾਂ ਦੇ ਅੰਦਰ ਜਿਸ ਢੰਗ ਨਾਲ ਬੇਅਦਬੀ ਨੂੰ ਬੇਸ ਬਣਾ ਕੇ ਇੱਕ ਹੱਤਿਆ ਹੋ ਗਈ ਆ ਉੱਥੇ, ਇਹ ਸਾਰੀਆਂ ਚੀਜ਼ਾਂ ਧਿਆਨ 'ਚ ਕਰਨ ਵਾਲੀਆਂ ਹੈਗੀਆਂ। 100% ਉੱਥੇ ਇਸ ਤਰ੍ਹਾਂ ਦੇ ਐਲੀਮੈਂਟ ਸ਼ਾਮਲ ਹੋਏ ਹੋਏ ਨੇ ਜਿਹੜੇ ਕਿ ਇਸ ਅੰਦੋਲਨ ਨੂੰ ਕਿਸੇ ਹੋਰ ਪਾਸੇ ਵੱਲ ਨੂੰ ਲੈ ਕੇ ਜਾ ਰਹੇ ਨੇ। ਲਗਾਤਾਰ ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਬੀਜੇਪੀ ਵੱਲੋਂ ਹੀ ਇੱਥੇ ਕੁਝ ਬੰਦੇ ਛੱਡੇ ਗਏ ਨੇ ਜਿਹੜੇ ਇਹੋ ਜਿਹੀ ਹਰਕਤਾਂ ਕਰ ਰਹੇ ਨੇ। ਨਹੀਂ ਦੇਖੋ, ਕਿਸੇ ਦੇ ਕਹਿਣ ਨਾਲ ਕੁਝ ਗੱਲ ਨਹੀਂ ਹੋਣੀ, ਕਿਸੇ ਦਾ ਮੂੰਹ ਨਹੀਂ ਕੋਈ ਫੜ ਸਕਦਾ, ਕੋਈ ਕੁਝ ਕਹੀ ਜਾਵੇ। 26 ਜਨਵਰੀ ਦੀ ਘਟਨਾ ਸਾਡੇ ਸਭ ਦੇ ਧਿਆਨ 'ਚ ਹੈ ਕਿ ਕਿਸ ਢੰਗ ਨਾਲ ਉੱਥੇ ਦੇਸ਼ ਨੂੰ ਪੂਰੀ ਦੁਨੀਆ ਦੇ ਅੰਦਰ ਮਜ਼ਾਕ ਬਣਾਇਆ ਗਿਆ ਔਰ ਉਸ ਤੋਂ ਬਾਅਦ ਜੇ ਗੈਂਗ ਰੇਪ ਹੋ ਜਾਂਦਾ ਹੈ ਉਹਦੇ ਵਿੱਚ ਜਿਸ ਢੰਗ ਦੀਆਂ ਫੋਟੋਆਂ ਸਾਹਮਣੇ ਆਈਆਂ, ਜਿਹੜੇ ਬੰਦੇ ਦੋਸ਼ੀ ਸੀਗੇ ਔਰ ਜਿਸ ਢੰਗ ਨਾਲ ਉੱਥੇ ਦੀ ਜਥੇਬੰਦੀਆਂ ਇਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਵੱਡੇ ਪ੍ਰਸ਼ਨ ਨੇ ਇਹਨਾਂ ਚੀਜ਼ਾਂ ਦੇ, ਸਾਨੂੰ ਸਮਝਣਾ ਪਊਗਾ ਕਿ ਅਸੀਂ ਹਰ ਗੱਲ 'ਚ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਈ ਜਾਂਦੇ ਹਾਂ। ਸੱਚਾਈ ਜੋ ਹੈ ਉਹਨੇ ਸਾਹਮਣੇ ਆਉਣਾ ਹੈਗਾ, ਸੱਚਾਈ ਨੂੰ ਕੋਈ ਨਹੀਂ ਰੋਕ ਸਕਦਾ ਹੈਗਾ। ਔਰ ਜਿਸ ਢੰਗ ਨਾਲ ਦੇਖੋ, ਮੈਂ ਕਹਿੰਦਾ ਜੀ ਉੱਥੇ ਪਹਿਲੀ ਗੱਲ ਤਾਂ ਜਿਹੜਾ ਬੇਅਦਬੀ ਨੂੰ ਬੇਸ ਬਣਾ ਕੇ ਜੋ ਉੱਥੇ ਹੋਇਆ, ਪਹਿਲਾਂ ਤਾਂ ਬੇਅਦਬੀ ਦਾ ਕੋਈ ਸਬੂਤ ਤੁਹਾਡੇ ਕੋਲ ਨਹੀਂ ਹੈਗਾ। ਫਿਰ ਚਲੋ ਜੇ ਉਹਨੇ ਐਸਾ ਕ੍ਰਿਤਕਾਂਡ ਕੀਤਾ, ਇਸ ਤੋਂ ਮਾੜੀ ਕੋਈ ਗੱਲ, ਮੈਂ ਉਹਦੀ ਘੋਰ ਨਿੰਦਾ ਕਰਦਾ। ਉਹਨੂੰ ਪਕੜ ਕੇ ਦੱਦੇ ਨਾ ਪੁਲਿਸ ਨੂੰ, ਸਬੂਤ ਦੇ ਤੌਰ 'ਤੇ ਸਾਰੀਆਂ ਚੀਜ਼ਾਂ ਬਾਹਰ ਆਉਂਦੀਆਂ, ਇਹ ਵੀ ਪਤਾ ਲੱਗਦਾ ਵੀ ਉਹਦੇ ਪਿੱਛੇ ਕੌਣ ਹੈ, ਇਹ ਵੀ ਸਾਹਮਣੇ ਆਉਂਦੀ ਗੱਲ ਕਿ ਇਹਦੇ ਨਾਲ ਕੌਣ ਲਿੰਕਡ ਨੇ, ਕੌਣ ਇਸ ਸਾਡੇ ਦੇਸ਼ ਦੇ ਵਿੱਚ ਐਸੇ ਗੱਦਾਰ ਬੈਠੇ ਨੇ ਜਿਹਦੇ ਪ੍ਰਤੀ ਸਾਡੀ ਐਡੀ ਸ਼ਰਧਾ ਹੈ ਗੁਰੂ ਸਾਹਿਬ ਦੇ ਪ੍ਰਤੀ, ਉਹ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਚਾਹੁੰਦੇ ਆ। ਕਿਉਂ ਸਾਡੇ ਧਰਮ ਨਾਲ ਉਹ ਖਿਲਵਾੜ ਕਰਨਾ ਚਾਹੁੰਦੇ ਆ? ਗੱਲ ਤਾਂ ਉਹ ਬਾਹਰ ਆਉਣੇ ਚਾਹੀਦੇ ਸੀ। ਉਹਨੂੰ ਮਾਰ ਕੇ ਤਾਂ ਉਹ ਸਬੂਤ ਹੀ ਖਤਮ ਕਰ ਦਿੱਤੇ ਗਏ। ਜੇ ਉਹਨੂੰ ਮਾਰ ਕੇ ਸਬੂਤ ਖਤਮ ਕਰ ਦਿੱਤਾ ਗਿਆ, ਇਹਦੇ 'ਤੇ ਤਾਂ ਫਿਰ ਬਹੁਤ ਵੱਡਾ ਪ੍ਰਸ਼ਨ ਪੈਦਾ ਹੁੰਦਾ। ਇਸ ਕਰਕੇ ਇਹ ਚੀਜ਼ ਦਾ ਅਧਿਕਾਰ ਕਿਸੇ ਨੂੰ ਨਹੀਂ ਹੈਗਾ ਕਿ ਤੁਸੀਂ ਅੱਜ ਇਸ ਚੀਜ਼ ਨੂੰ ਬੇਸ ਬਣਾ ਕੇ ਉਹਦੇ ਨਾਲ ਐਸਾ ਕ੍ਰਿਤਕਾਂਡ ਕਰੋ। ਇਹ ਤਾਂ ਗੁਰੂ ਸਾਹਿਬ ਨੇ ਵੀ ਨਹੀਂ ਕਿਹਾ ਹੈਗਾ। ਜੇ ਉਹਨਾਂ ਨੇ ਇੱਦਾਂ ਦਾ ਕੰਮ ਕੀਤਾ, ਉਸ ਬੰਦੇ ਨੇ, ਉਸ ਇਨਸਾਨ ਨੇ ਕੀਤਾ, ਤੇ ਉਹਨੂੰ ਪਕੜ ਕੇ ਉਹਨੂੰ ਸਜ਼ਾ ਜਿਹੜੀ ਦੇਣ ਦਾ ਕੰਮ ਉਹ ਕਾਨੂੰਨ ਕਰੇ। ਔਰ ਕਾਨੂੰਨ ਜਦੋਂ ਉਹਨੂੰ ਫੜਦਾ ਤੇ ਫਿਰ ਬਾਕੀ ਚੀਜ਼ਾਂ ਵੀ ਐਕਸਪੋਜ਼ ਹੁੰਦੀਆਂ। ਜਦੋਂ ਮਗਰ ਸਰਕਾਰ ਹੁੰਦੀ ਤੇ ਉਹ ਵੀ ਐਕਸਪੋਜ਼ ਹੋ ਜਾਣੀ ਸੀਗੀ। ਪਰ ਇਹ ਗੱਲ ਮੰਨਦੇ ਹੋ ਕਿ ਇਹ ਜਿਹੜਾ ਉੱਥੇ ਕਤਲ ਹੋਇਆ, ਇਹ ਸਿਰਫ ਸਰਕਾਰਾਂ ਦੀ ਨਲਾਇਕੀ ਕਾਰਨ ਹੋਇਆ? ਕਿਉਂਕਿ ਪਹਿਲਾਂ 200 ਬੇਅਦਬੀਆਂ ਹੋ ਚੁੱਕੀਆਂ ਨੇ, ਬਹੁਤ ਸਾਰੇ ਬੰਦੇ ਫੜੇ ਜਾ ਚੁੱਕੇ ਨੇ, ਉਹਨਾਂ ਨੂੰ ਮਾਨਸਿਕ ਰੋਗੀ ਕਹਿ ਕੇ ਛੱਡ ਦਿੱਤਾ ਜਾਂਦਾ ਹੈਗਾ। ਦੇਖੋ ਇਸ ਤਰ੍ਹਾਂ ਹੈਗਾ ਕਿ ਮਾਨਸਿਕ ਰੋਗੀ ਕਹਿ ਕੇ ਛੱਡਤਾ ਜਾਂਦਾ, ਇਹ ਤਾਂ ਪ੍ਰਤੱਖ ਰੂਪ 'ਚ ਚੀਜ਼ਾਂ ਹੈਗੀਆਂ। ਜਿਹੜਾ ਉੱਥੇ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੈ, ਉਹਨੂੰ ਇਸ ਢੰਗ ਨਾਲ ਨਹੀਂ ਅਸੀਂ ਦੇਖ ਸਕਦੇ, ਉਹਨੂੰ ਦੂਜੇ ਪੱਖ ਨਾਲ ਦੇਖਣਾ ਚਾਹੀਦਾ ਸਾਨੂੰ। ਸਰਕਾਰ ਉੱਥੇ ਕਿਸੇ ਨੂੰ ਐਂਟਰ ਤਾਂ ਹੋਣ ਨਹੀਂ ਦਿੰਦੇ। ਉੱਥੇ ਤਾਂ ਮੀਡੀਆ ਵੀ ਉਹਨਾਂ ਦੀ ਮਰਜ਼ੀ ਨਾਲ ਜਾਂਦਾ। ਮੈਂ ਬੜੀ ਸਪਸ਼ਟ ਗੱਲ ਤੁਹਾਨੂੰ ਕਹਿ ਰਿਹਾ। ਉਸ ਅੰਦੋਲਨ ਦੇ ਅੰਦਰ ਮੀਡੀਆ ਵੀ ਜਿਹੜਾ ਉਹਨਾਂ ਦੇ ਅਨੁਰੂਪ ਮੀਡੀਆ, ਜਿਹੜਾ ਉਹਨਾਂ ਦੀ ਗੱਲ ਕਰਨ ਵਾਲਾ ਮੀਡੀਆ, ਉਹਨੂੰ ਹੀ ਵੜਨ ਦਿੰਦੇ ਆ। ਉਹ ਜਿਹੜਾ ਉਹ ਸੱਚੀ ਗੱਲ ਪੇਸ਼ ਕਰਨਾ ਚਾਹੁੰਦਾ ਉਹਨੂੰ ਕੁੱਟਦੇ ਨੇ ਫੜ ਕੇ। ਸੋ ਇਸ ਕਰਕੇ ਇਹ ਗੱਲ ਵਿਚਾਰ ਕਰਨ ਦੀ ਹੈਗੀ ਹੈ ਕਿ ਕਿਉਂ ਐਸਾ ਕਰਦੇ ਨੇ। ਜਦੋਂ ਆਜ਼ਾਦੀ ਹੈ ਤਾਂ ਸਭ ਵਾਸਤੇ ਆਜ਼ਾਦੀ ਹੈ, ਲੋਕਤੰਤਰ ਸਭ ਵਾਸਤੇ ਹੈ। ਲੋਕਤੰਤਰ ਇੱਕ ਵਾਸਤੇ ਨਹੀਂ ਹੈਗੇ। ਜੇ ਉਹਨਾਂ ਨੂੰ ਅਧਿਕਾਰ ਹੈ ਧਰਨਾ ਲਾਉਣ ਦਾ, ਤਾਂ ਸਾਨੂੰ ਵੀ ਅਧਿਕਾਰ ਆਪਣੀ ਗੱਲ ਕਰਨ ਦਾ। ਸਾਨੂੰ ਕਿਉਂ ਰੋਕ ਰਹੇ ਨੇ ਉਹ ਆਪਣੀ ਗੱਲ ਕਰਨ ਤੋਂ? ਕਿਉਂ ਸਾਡੇ MLA ਦੇ ਕੱਪੜੇ ਫਾੜਦੇ ਨੇ? ਕਿਉਂ ਸਾਡੇ ਲੀਡਰਾਂ 'ਤੇ ਹਮਲੇ ਕਰਾ ਰਹੇ ਨੇ? ਕਿਉਂ ਸਾਡੇ ਉਹ ਲੀਡਰ ਨਾਲ ਭੱਦਾ ਵਿਵਹਾਰ ਕਰ ਰਹੇ ਨੇ? ਇਹ ਜਨਤਾ ਫੈਸਲਾ ਕਰੇਗੀ ਉਹਨਾਂ ਆਉਣ ਵਾਲੇ ਦਿਨਾਂ 'ਚ। ਸਾਡੇ ਸਾਹਮਣੇ ਇੱਕ ਵੱਡੀ ਮਿਸਾਲ ਹੈ ਕਿ ਹੁਣ ਆ ਵਿਧਾਨ ਸਭਾ ਇਲੈਕਸ਼ਨ ਹੋਏ ਹਰਿਆਣੇ ਦੇ ਅੰਦਰ, ਬਾਈ ਇਲੈਕਸ਼ਨ, ਜਿਹੜੀ ਐਲਾਨਾਬਾਦ ਸੀਟ ਪਿਛਲੀ ਵਾਰੀ ਜਿਸ ਬੰਦੇ ਨੇ ਰਿਜ਼ਾਈਨ ਕੀਤਾ ਸੀਗਾ, ਉਹੀ ਬੰਦਾ ਹੁਣ ਦੁਬਾਰਾ ਫਿਰ ਜਿੱਤ ਕੇ ਆ ਗਿਆ। ਜੇ ਉਹਨੂੰ ਇੰਨਾ ਸੀ ਪਹਿਲਾਂ ਤਾਂ ਹੁਣ ਇਲੈਕਸ਼ਨ ਨਾਲ ਲੜਦਾ। ਦੇਖੋ ਨਾ, ਅਸੀਂ ਕਿੰਨੀ ਕੁ ਗੰਦੀ ਪੋਲੀਟਿਕਸ 'ਤੇ ਜਾਣਾ ਹੈਗਾ। ਫਿਰ ਦੂਜੀ ਵਾਰੀ ਪਹਿਲਾਂ ਨਾਲੋਂ 11,000 ਵੋਟ ਘੱਟ ਮਿਲੇ ਆ, BJP ਨੂੰ 11,000 ਵੋਟ ਵੱਧ ਮਿਲੇ ਆ। ਅਤੇ ਉਹ ਪੱਕਾ ਉਹਨਾਂ ਦਾ ਇਲਾਕਾ ਹੈ। ਐਲਾਨਾਬਾਦ ਪਰੰਪਰਾਗਤ ਸੀਟ ਹੈ ਨਲੋਂ ਦੀ। ਔਰ ਉਹ ਤੋਂ ਬਾਅਦ ਉਹ ਸਾਰਾ ਰੂਰਲ ਇਲਾਕਾ, ਕਿਸਾਨੀ ਇਲਾਕਾ ਹੈਗਾ। ਉਹਦੇ ਵਿੱਚ BJP ਦੇ ਵੋਟ ਕਿਸਾਨਾਂ ਨੇ ਵਧਾਏ ਆ, ਘਟਾਏ ਨਹੀਂ ਹੈਗੇ। ਇਸ ਕਰਕੇ ਇਹ ਗੱਲ ਨੂੰ ਥੋੜ੍ਹਾ ਸਮਝਣ ਦੀ ਜ਼ਰੂਰਤ ਹੈਗੀ ਹੈ। ਪਿਛਲੇ ਦਿਨ ਹਿਮਾਚਲ 'ਚ ਵੀ ਬਾਈ ਇਲੈਕਸ਼ਨ ਹੋਇਆ ਅਤੇ ਉੱਥੇ ਵੀ ਤਾਂ BJP ਨੂੰ ਹਾਰ ਮਿਲੀ ਆ। ਦੇਖੋ, ਮੈਂ ਇੱਕ ਦੋਨੇ ਪੱਖ ਨੇ, ਦੋਨੇ ਪੱਖ ਹੈ। ਕਿਤੇ ਐਂਟੀ ਇੰਕੰਬੈਂਸੀ ਵੀ ਹੋ ਸਕਦੀ ਹੈ, ਪਰ ਉੱਥੇ ਕਿਸਾਨੀ ਇਸ਼ੂ ਹਾਵੀ ਨਹੀਂ ਸੀਗਾ ਕਿਤੇ। ਮੈਂ ਕਿਸਾਨੀ ਇਸ਼ੂ ਦੀ ਗੱਲ ਕਰ ਰਿਹਾ, ਜਿਸ ਇਸ਼ੂ 'ਤੇ ਆਪਾਂ ਅੱਜ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ। ਉੱਥੇ ਦਾ ਕਿਸਾਨੀ ਇਸ਼ੂ ਕੋਈ ਹਾਵੀ ਨਹੀਂ ਸੀਗਾ। ਹਿਮਾਚਲ ਦੇ ਅੰਦਰ ਕਿਤੇ ਹਾਵੀ ਨਹੀਂ ਹੈਗਾ। ਕਈ ਚੀਜ਼ਾਂ ਹੈਗੀਆਂ। ਐਂਟੀ ਇੰਕੰਬੈਂਸੀ ਵੀ ਸਰਕਾਰ ਹੈ ਉੱਥੇ BJP ਦੀ, ਉਹ 'ਚ ਐਂਟੀ ਇੰਕੰਬੈਂਸੀ ਇਫੈਕਟ ਹੋ ਸਕਦਾ ਹੈ। ਮਗਰ ਜਿਸ ਢੰਗ ਨਾਲ ਹਰਿਆਣਾ ਦੇ ਅੰਦਰ, ਐਲਾਨਾਬਾਦ ਦੇ ਅੰਦਰ ਇਹ ਕਹਿ ਰਹੇ ਸੀ ਕਿ BJP ਦੇ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋਣ ਵਾਲੀ ਹੈ, ਉਹ ਪਹਿਲਾਂ ਨਾਲੋਂ 11,000 ਵੋਟ ਵੱਧ ਲੈ ਕੇ ਗਿਆ ਹੈਗਾ।
ਸੋ ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਇਸ ਕਰਕੇ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਕਿੰਨਾ ਕੁ ਬੀਜੇਪੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਹੈ ਉਹ ਤੁਹਾਡੇ ਸਾਹਮਣੇ ਹੈ। ਇਸ ਕਰਕੇ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੈਗੀ, ਪ੍ਰਤੱਖ ਤਾਂ ਇਹੀ ਹੈ ਜੋ ਮੈਂ ਦੱਸ ਰਿਹਾ ਤੁਹਾਨੂੰ। ਲਾਸਟ ਸਵਾਲ, ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਇਕੱਲੇ, ਲੱਗਦਾ ਵੀ ਪੂਰਾ ਪਾ ਲਓਗੇ? ਕਿਉਂ ਨਹੀਂ ਪਾਵਾਂਗੇ? ਪੂਰਾ 100% ਪੂਰਾ ਪਾਵਾਂਗੇ। ਬੀਜੇਪੀ ਨੂੰ ਰੋਕਿਆ ਇਸ ਕਰਕੇ ਜਾ ਰਿਹਾ ਹੈ, ਬੀਜੇਪੀ ਦਾ ਗਲਾ ਇਸ ਕਰਕੇ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਗੱਲ ਨਾ ਕਹਿ ਸਕਣ। ਸਾਨੂੰ ਸਾਡੀ ਗੱਲ ਨੂੰ ਪੂਰੀ ਤਰ੍ਹਾਂ ਕਹਿਣ ਦਿਓ ਨਾ। ਕਿਉਂ ਡਰ ਲੱਗਦਾ ਬੀਜੇਪੀ ਤੋਂ? ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਗੱਲ ਕਰ ਰਿਹਾ, ਸਾਨੂੰ ਸਾਡੀ ਗੱਲ ਨੂੰ ਪੂਰੀ ਤਰ੍ਹਾਂ ਕਹਿਣ ਦਿਓ। ਅਸੀਂ ਸਾਡੀ ਗੱਲ ਨੂੰ ਲੋਕਾਂ ਨੂੰ ਸੁਣ ਲੈਣ ਦਿਓ। ਜੇ ਲੋਕਾਂ ਨੂੰ ਚੰਗਾ ਲੱਗੂਗਾ 2022 'ਚ ਸਾਨੂੰ ਵੋਟਾਂ ਪਾ ਦੇਣਗੇ, ਨਹੀਂ ਚੰਗਾ ਵੋਟ ਨਹੀਂ ਪਾਉਣਗੇ। ਸਾਡੀ ਗੱਲ ਨੂੰ ਕਹਿਣ ਤੋਂ ਰੋਕਿਆ ਜਾ ਰਿਹਾ, ਇਹੀ ਇੱਕ ਬਹੁਤ ਵੱਡਾ ਪ੍ਰਸ਼ਨ ਹੈ। ਸੋ ਇਸ ਸਾਡੇ ਨਾਲ ਜੀਵਨ ਗੁਪਤਾ, ਜਿਨ੍ਹਾਂ ਦਾ ਕਹਿਣਾ ਕਿ ਅਕਾਲੀ ਦਲ ਨੂੰ ਵੱਖ ਹੋਣ ਤੋਂ ਬਾਅਦ ਉਹ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਨੇ ਔਰ ਉਹਨਾਂ ਦੀ ਗੱਲ ਕਹਿਣ ਤੋਂ ਵੱਖ-ਵੱਖ ਪਾਰਟੀਆਂ ਵੱਲੋਂ ਰੋਕਿਆ ਜਾ ਰਿਹਾ ਔਰ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਕਿ ਉਹ ਆਪਣੀ ਗੱਲ ਕਹਿਣ। ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਚੰਡੀਗੜ੍ਹ ਤੋਂ ਰਿਸ਼ੀ ਸਿੰਘ ਰਾਹੀ, FYI ਮੀਡੀਆ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।